गुड मॉर्निंग बच्चों। आज का बेटा मेरा टॉपिक है बायोलॉजिकल सिग्निफिकेंस ऑफ ऑसमोसिस। साडी डे टू डे लाइफ च या ਜਿਹੜੇ ਲਿਵਿੰਗ ਬੀਇੰਗਸ ਹੈ ਉਹਨਾਂ 'ਚ ਓਸਮੋਸਿਸ ਦਾ ਕੀ ਕੰਮ ਹੈ। ਬੀਇੰਗ ਮੈਡੀਕਲ ਸਟੂਡੈਂਟ ਤੁਹਾਨੂੰ ਬਾਇਓਲੋਜੀਕਲ ਸਿਗਨੀਫੀਕੈਂਸ ਬਾਰੇ ਪਤਾ ਹੋਏਗਾ। ਸਭ ਤੋਂ ਪਹਿਲਾਂ ਤਾਂ ਹੈ ਕਿ ਬੇਟਾ ਓਸਮੋਸਿਸ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਪਲਾਂਟਸ 'ਚ ਉਹਨਾਂ ਦੇ ਬੋਡੀ ਪਾਰਟਸ ਨੂੰ ਵਾਟਰ ਪਹੁੰਚਾਉਣ 'ਚ ਵਿਦ ਦਾ ਹੈਲਪ ਆਫ ਰੂਟਸ। ਪਲਾਂਟਸ ਅਤੇ ਐਨੀਮਲਸ ਜਿਹੜੇ ਆ ਬਹੁਤ ਸਾਰੇ ਸੈਲਸ ਦੇ ਬਣੇ ਹੁੰਦੇ ਆ ਜੋ ਕਿ ਉਹਨਾਂ ਦੇ ਅੰਦਰ ਸਾਈਟੋਪਲਾਜ਼ਮਿਕ ਮੈਂਬਰੇਨ ਹੁੰਦੀ ਹੈ ਸੈਲਸ ਦੀ। ਠੀਕ ਹੈ ਬੇਟਾ, ਅਤੇ ਉਹ ਸਾਈਟੋਪਲਾਜ਼ਮਿਕ ਮੈਂਬਰੇਨ ਜਿਹੜੀ ਹੈ ਉਹ ਕੰਮ ਕਰਦੀ ਹੈ ਸੈਮੀ ਪਰਮੀਏਬਲ ਮੈਂਬਰੇਨ ਦਾ। ਨਾਓ ਪਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸੀ। ਹੁਣ ਨੈਕਸਟ ਕੁਐਸਚਨ ਹੋ ਜਾਣਾ ਸਾਡੇ ਕੋਲ ਕਿ ਪਾਈ ਜਿਹੜਾ ਆ ਉਹ ਕੰਸਨਟ੍ਰੇਸ਼ਨ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਸੋ ਸਾਨੂੰ ਇੱਕ ਗੱਲ ਪਤਾ ਚੱਲ ਗਈ ਕਿ ਜਿੰਨਾ ਕੰਸਨਟ੍ਰੇਸ਼ਨ ਹਾਈ ਹੋਏਗਾ ਓਨਾ ਓਸਮੋਟਿਕ ਪ੍ਰੈਸ਼ਰ ਹਾਈ ਹੋਏਗਾ। ਹੁਣ ਕੁਐਸਚਨ ਹੈ, ਅਗਰ ਮੈਂ ਕੋਈ ਸੈੱਲ ਇਹੋ ਜਿਹੇ ਸੋਲਿਊਸ਼ਨ ਦੇ ਕੰਟੈਕਟ 'ਚ ਲੈ ਆਵਾਂ ਜਿਹਦੀ ਕੰਸਨਟ੍ਰੇਸ਼ਨ ਲੋ ਹੈ, ਅਤੇ ਸਾਨੂੰ ਸਭ ਨੂੰ ਪਤਾ ਓਸਮੋਸਿਸ 'ਚ ਕੀ ਹੋਏਗਾ, ਲੋ ਕੰਸਨਟ੍ਰੇਸ਼ਨ ਟੂ ਹਾਈ ਕੰਸਨਟ੍ਰੇਸ਼ਨ ਸੋਲਵੈਂਟ ਮੂਵ ਕਰੇਗਾ, ਸੈੱਲ ਜਿਹੜਾ ਆ ਉਹ ਸਵੈਲ ਕਰ ਜਾਏਗਾ ਔਰ ਇਸ ਪ੍ਰੋਸੈਸ ਨੂੰ ਕਹਿੰਦੇ ਆ ਹੀਮੋਲਾਈਸਿਸ। If a cell comes in contact with the dilute solution whose concentration is less than inside the cell, ਇਹੋ ਜਿਹੇ ਸੋਲਿਊਸ਼ਨ ਦੇ ਕੰਟੈਕਟ 'ਚ ਆ ਜਾਏ ਜਿਹਦੀ ਕੰਸਨਟ੍ਰੇਸ਼ਨ ਅੰਦਰ ਨਾਲੋਂ ਘੱਟ ਹੈ ਅਤੇ ਪਾਣੀ ਬਾਹਰੋਂ ਅੰਦਰ ਫਲੋ ਕਰੇਗਾ, ਇਸ ਪ੍ਰੋਸੈਸ ਨੂੰ ਕਹਿੰਦੇ ਆ ਹੀਮੋਲਾਈਸਿਸ। ਸੈੱਲ ਫੁੱਲ ਜਾਏਗਾ। ਠੀਕ ਹੈ ਬੇਟਾ। ਔਰ ਅਗਰ ਸੈੱਲ ਕਿਸੇ ਇਹੋ ਜਿਹੇ ਸੋਲਿਊਸ਼ਨ ਦੇ ਕੰਟੈਕਟ 'ਚ ਆ ਜਾਏ ਜਿੱਥੇ ਬਾਹਰ ਕੰਸਨਟ੍ਰੇਸ਼ਨ ਜ਼ਿਆਦਾ ਹੈ ਲੇਕਿਨ ਸੈੱਲ 'ਚ ਕੰਸਨਟ੍ਰੇਸ਼ਨ ਘੱਟ ਹੈ, ਬਾਹਰ ਕੰਸਨਟ੍ਰੇਸ਼ਨ ਜ਼ਿਆਦਾ ਅੰਦਰ ਲੋ ਕੰਸਨਟ੍ਰੇਸ਼ਨ ਹੈ ਅਤੇ ਸੋਲਵੈਂਟ ਅੰਦਰੋਂ ਬਾਹਰ ਮੂਵ ਕਰੇਗਾ, ਸੈੱਲ ਸ਼ਰਿੰਕ ਕਰ ਜਾਏਗਾ, ਇਹਨੂੰ ਕਹਿੰਦੇ ਆ ਪਲਾਜ਼ਮੋਲਾਈਸਿਸ। ਸੋ ਵੈਰੀ ਇੰਪੋਰਟੈਂਟ ਡੈਫੀਨੇਸ਼ਨਸ। ਪਲਾਜ਼ਮੋਲਾਈਸਿਸ ਸੈੱਲ ਦਾ ਸ਼ਰਿੰਕ ਕਰ ਜਾਣਾ ਜਦੋਂ ਬਾਹਰ ਕੰਸਨਟ੍ਰੇਸ਼ਨ ਜ਼ਿਆਦਾ ਹੋਏ ਅੰਦਰ ਕੰਸਨਟ੍ਰੇਸ਼ਨ ਲੋ ਹੋਏ, ਬਾਹਰ ਕੰਸਨਟ੍ਰੇਸ਼ਨ ਜ਼ਿਆਦਾ ਹੈ। ਠੀਕ ਹੈ, ਔਰ ਅੰਦਰ ਕੰਸਨਟ੍ਰੇਸ਼ਨ ਲੋ ਹੈ तो लो कंसनट्रेशन टू हाई कंसनट्रेशन सॉल्वेंट मूव किया, सैल श्रिंक कर गया। और अगर अंदर कंसनट्रेशन ज़्यादा है बाहर कंसनट्रेशन लो है तो बाहरों अंदर सॉल्वेंट मूव करेगा, सैल स्वैल कर जाएगा, इनू कहते हैं हीमोलाइसिस। नैक्सट, वट आर आइसोटोनिक सोल्यूशंस। बेटा आइसोटोनिक सोल्यूशंस वो होंगे जिन्हों का दोनों का ऑस्मोटिक प्रैशर इक्वल होएगा। ਹੁਣ ਸਾਨੂੰ ਪਤਾ ਪਾਈ ਇਕੁਅਲ ਟੂ CRT ਹੁੰਦਾ, R ਅਤੇ T ਦੋਨੋਂ ਕੌਂਸਟੈਂਟ ਹੈ, ਅਤੇ ਦੋ ਸੋਲਿਊਸ਼ਨਸ ਦਾ ਪ੍ਰੈਸ਼ਰ ਇਕੁਅਲ ਕਿਉਂ ਹੋਏਗਾ ਜੇ ਦੋਨਾਂ ਦਾ ਕੰਸਨਟ੍ਰੇਸ਼ਨ ਇਕੁਅਲ ਹੈ, ਕਿਉਂਕਿ ਪਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ C। ਸੋ ਅਸੀਂ ਆਈਸੋਟੋਨਿਕ ਸੋਲਿਊਸ਼ਨ ਦੀ ਇੱਕ ਡੈਫੀਨੇਸ਼ਨ ਦੇ ਸਕਦੇ ਹਾਂ। ਆਹ ਦੇਖੋ, ਆਈਸੋਟੋਨਿਕ ਸੋਲਿਊਸ਼ਨਸ ਆਰ ਸੋਲਿਊਸ਼ਨਸ ਆਫ ਇਕੁਈਮੋਲਰ ਕੰਸਨਟ੍ਰੇਸ਼ਨਸ। ਠੀਕ ਹੈ ਬੇਟਾ। ਹੁਣ ਹਾਈਪਰਟੋਨਿਕ ਸੋਲਿਊਸ਼ਨ, ਮੰਨ ਲਓ ਮੇਰੇ ਕੋਲ ਦੋ ਸੋਲਿਊਸ਼ਨ ਹੈ A ਅਤੇ B। A ਦੀ ਕੰਸਨਟ੍ਰੇਸ਼ਨ ਅਗਰ ਜ਼ਿਆਦਾ ਹੈ ਅਤੇ ਓਸਮੋਟਿਕ ਪ੍ਰੈਸ਼ਰ ਕਿਹਦਾ ਜ਼ਿਆਦਾ ਹੋਏਗਾ, A ਦਾ, ਘੱਟ ਕਿਹਦਾ ਹੋਏਗਾ, B ਦਾ। ਅਤੇ A ਹਾਈਪਰਟੋਨਿਕ ਹੈ, B ਹਾਈਪੋਟੋਨਿਕ ਹੈ। ਦੋ ਅਸੀਂ ਡੈਫੀਨੇਸ਼ਨਸ ਕੀਤੀਆਂ, ਹਾਈਪਰਟੋਨਿਕ ਐਂਡ ਹਾਈਪੋਟੋਨਿਕ। ਐਕਚੁਅਲੀ ਤਿੰਨ। ਆਈਸੋਟੋਨਿਕ ਜਿਨ੍ਹਾਂ ਦੋਨਾਂ ਦਾ ਪ੍ਰੈਸ਼ਰ ਜ਼ਿਆਦਾ ਹੈ, ਅਗਰ ਪ੍ਰੈਸ਼ਰ ਜ਼ਿਆਦਾ ਨਹੀਂ ਹੈ ਤਾਂ ਇੱਕ ਦਾ ਘੱਟ ਹੋਏਗਾ ਇੱਕ ਦਾ ਜ਼ਿਆਦਾ ਹੋਏਗਾ। ਜਿਹਦਾ ਜ਼ਿਆਦਾ ਹੈ ਉਹ ਹਾਈਪਰਟੋਨਿਕ, ਜਿਹਦਾ ਘੱਟ ਹੈ ਉਹ ਹਾਈਪੋਟੋਨਿਕ। ਠੀਕ ਹੈ, ਨੋਟਸ ਈਜ਼ੀ ਲੈਂਗੁਏਜ ਤੁਹਾਡੇ ਲਈ ਕਰਤੇ ਹੈ। ਇੱਕ ਐਗਜ਼ਾਮਪਲ ਵੀ ਹੈ, ਮੰਨ ਲਓ 0.1 ਮੋਲਰ ਸੋਲਿਊਸ਼ਨ ਜਿਹੜਾ ਉਹ ਕਿਹਦੇ ਨਾਲ ਕੰਟੈਕਟ 'ਚ ਹੈ, 0.05 ਮੋਲਰ ਸੁਕਰੋਜ਼ ਨਾਲ। ਅਤੇ ਹਾਈਪਰਟੋਨਿਕ ਕਿਹੜਾ ਹੋਇਆ ਜਿਹਦੀ ਕੰਸਨਟ੍ਰੇਸ਼ਨ ਜ਼ਿਆਦਾ। ਐਕਚੁਅਲੀ ਹਾਈਪਰਟੋਨਿਕ ਉਹ ਹੈ ਜਿਹਦਾ ਓਸਮੋਟਿਕ ਪ੍ਰੈਸ਼ਰ ਜ਼ਿਆਦਾ ਹੈ, ਅਤੇ ਓਬਵੀਅਸਲੀ ਜਿਹਦਾ ਓਸਮੋਟਿਕ ਪ੍ਰੈਸ਼ਰ ਜ਼ਿਆਦਾ ਕਿਹਦਾ ਹੈ, ਜਿਹਦੀ ਕੰਸਨਟ੍ਰੇਸ਼ਨ ਜ਼ਿਆਦਾ। ਸੋ ਅਸੀਂ ਡਾਇਰੈਕਟਲੀ ਕੰਸਨਟ੍ਰੇਸ਼ਨ ਦੇਖ ਲੈਂਦੇ ਹਾਂ। ਸੋ 0.1 ਮੋਲਰ is hypertonic and 0.05 molar is hypotonic. Now one very important question ਜਿਹੜਾ ਬਾਰ-ਬਾਰ ਬੋਰਡ ਦੇ ਐਗਜ਼ਾਮਸ 'ਚ ਆਉਂਦਾ ਹੈ ਕਿ which property is used to measure molecular masses of proteins, polymers and other macromolecules। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਰੀ ਕੁਆਲੀਟੇਟਿਵ ਪ੍ਰੋਪਰਟੀਜ਼ ਨਾਲ ਮੋਲੀਕੂਲਰ ਮਾਸਿਸ ਨੂੰ ਮੇਅਰ ਕੀਤਾ ਜਾਂਦਾ, MB ਅਸੀਂ ਕੱਢਦੇ ਹਾਂ। ਬਟ ਜੇ ਮੋਲੀਕੂਲਰ ਮਾਸ ਕਿਸੇ ਮੈਕਰੋ ਮੋਲੀਕਿਊਲ ਵੱਡੇ ਮੋਲੀਕਿਊਲ ਦਾ, ਪ੍ਰੋਟੀਨ ਦਾ ਜਾਂ ਪੋਲੀਮਰ ਦਾ ਕੱਢਣਾ ਹੋਏ ਤਾਂ ਸਪੈਸ਼ਲੀ ਕਿਹੜੀ ਕੁਆਲੀਟੇਟਿਵ ਪ੍ਰੋਪਰਟੀ ਯੂਜ਼ ਕਰਦੇ ਹਾਂ, ਓਸਮੋਟਿਕ ਪ੍ਰੈਸ਼ਰ। ਇੱਕ ਨੰਬਰ 'ਚ ਕੁਐਸਚਨ ਆਉਂਦਾ ਓਸਮੋਟਿਕ ਪ੍ਰੈਸ਼ਰ ਇਜ਼ ਸਫੀਸ਼ੀਐਂਟ ਆਨਸਰ। ਕਈ ਵਾਰ ਐਕਸਪਲੇਨੇਸ਼ਨ ਪੁੱਛ ਲੈਂਦੇ ਆ ਅਤੇ ਉਹ 3 ਐਕਸਪਲੇਨੇਸ਼ਨਸ ਹੈ, ਕਿਉਂਕਿ ਇਹਨੂੰ ਰੂਮ ਟੈਂਪਰੇਚਰ 'ਤੇ ਵੀ ਮੇਜਰ ਕੀਤਾ ਜਾ ਸਕਦਾ। ਬੋਇਲਿੰਗ ਪੁਆਇੰਟ ਨੂੰ ਮੇਜਰ ਕਰਨ ਲਈ ਤੁਹਾਨੂੰ ਬੋਇਲਿੰਗ ਟੈਂਪਰੇਚਰ ਚਾਹੀਦਾ ਆ। ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਵਾਲੀ ਪ੍ਰੋਪਰਟੀ ਲੈਣ ਲਈ ਤੁਹਾਨੂੰ ਫਰੀਜ਼ਿੰਗ ਟੈਂਪਰੇਚਰ ਚਾਹੀਦਾ ਆ।
ਫਿਰ ਪ੍ਰੈਸ਼ਰ ਵਾਟਰ ਵੇਪਰ ਬਣਾਉਣੇ ਪੈਣੇ ਆ। ਇਹਨੂੰ ਰੂਮ ਟੈਂਪਰੇਚਰ 'ਤੇ ਮੇਜ਼ਰ ਕੀਤਾ ਜਾ ਸਕਦਾ, ਠੀਕ ਹੈ। ਓਸਮੋਟਿਕ ਪ੍ਰੈਸ਼ਰ ਵੈਲਿਊਜ਼ ਜਿਹੜੀਆਂ ਉਹਨਾਂ ਨੂੰ ਆਰਾਮ ਨਾਲ ਮੇਜ਼ਰ ਕੀਤਾ ਜਾ ਸਕਦਾ ਔਰ ਇਹਦੇ 'ਚ ਮੋਲੈਰਿਟੀ ਯੂਜ਼ ਹੁੰਦੀ ਹੈ, ਮੋਲੈਲਿਟੀ ਯੂਜ਼ ਨਹੀਂ ਹੁੰਦੀ, ਠੀਕ ਹੈ ਬੇਟਾ ਜੀ। ਸੋ ਇਹਨੂੰ ਆਰਾਮ ਨਾਲ ਕੀਤਾ ਜਾ ਸਕਦਾ। ਨੈਕਸਟ ਕੁਐਸਚਨ ਹੈ ਕਿ ਸਾਲਟ ਫਿਸ਼ ਅਗਰ ਅਸੀਂ ਫਰੈਸ਼ ਵਾਟਰ 'ਚ ਪਾ ਦਈਏ ਤਾਂ ਵਾਈ ਇਟ ਡਾਈਜ਼। ਦੇਖੋ ਸਾਲਟ ਫਿਸ਼ ਹੈ, ਉਹਦੇ ਅੰਦਰ ਸਾਲਟ ਅਤੇ ਵਾਟਰ ਹੋਏਗਾ। ਅਗਰ ਮੈਂ ਫਰੈਸ਼ ਵਾਟਰ 'ਚ ਪਾਵਾਂਗੀ ਤਾਂ ਹੁਣ ਬਾਹਰ ਕੰਸਨਟ੍ਰੇਸ਼ਨ ਘੱਟ ਹੈ, ਫਿਸ਼ ਦੇ ਅੰਦਰ ਕੰਸਨਟ੍ਰੇਸ਼ਨ ਜ਼ਿਆਦਾ ਹੈ ਅਤੇ ਵਾਟਰ ਫਲੋ ਕਰੇਗਾ ਬਾਹਰੋਂ ਅੰਦਰ, ਜਿਸ ਕਰਕੇ ਕੀ ਹੋਏਗਾ, ਉਹਦੀ ਬੋਡੀ ਸਵੈਲ ਕਰ ਜਾਏਗੀ, ਉਹਦੇ ਬੋਡੀ ਸੈਲਸ ਰਪਚਰ ਹੋ ਜਾਣਗੇ, ਠੀਕ ਹੈ ਬੇਟਾ। ਸੋ ਸਾਲਟ ਫਿਸ਼ ਨੂੰ ਜਦੋਂ ਫਰੈਸ਼ ਵਾਟਰ 'ਚ ਪਾਵਾਂਗੇ ਤਾਂ ਉਹ ਡਾਈ ਹੋ ਜਾਏਗੀ, ਮਰ ਜਾਏਗੀ, ਠੀਕ ਹੈ। ਬੇਟਾ ਓਸਮੋਸਿਸ 'ਚੋਂ ਮੈਕਸੀਮਮ ਕੰਸੈਪਚੁਅਲ ਕੁਐਸਚਨਸ ਕਵਰ ਹੁੰਦੇ ਆ। ਇੱਕ ਬੰਦਾ ਅਗਰ ਹਾਈ ਬਲੱਡ ਪ੍ਰੈਸ਼ਰ ਤੋਂ ਸਫਰ ਕਰਦਾ, ਅਗਰ ਤੁਹਾਡੇ ਘਰ 'ਚ ਤੁਹਾਡੇ ਦਾਦੀ ਜਾਂ ਕਿਸੇ ਹੋਰ ਬਜ਼ੁਰਗ ਨੂੰ ਹਾਈ ਬਲੱਡ ਪ੍ਰੈਸ਼ਰ ਹੋਏ ਤਾਂ ਤੁਸੀਂ ਦੇਖਿਆ ਹੋਏਗਾ ਡਾਕਟਰਸ ਕਹਿੰਦੇ ਨਮਕ ਘੱਟ ਦਿਓ। ਵਾਈ? ਨਮਕ ਕੀ ਹੈ? ਨੋਨ ਵੋਲਾਟਾਈਲ ਸੋਲਿਊਟ। ਸਾਡੀ ਬੋਡੀ 'ਚ ਅੱਗੇ ਹੀ ਨਮਕ ਹੁੰਦਾ ਹੈ, Na ਪੋਜ਼ੀਟਿਵ Cl ਨੈਗੇਟਿਵ ਆਇਨਸ ਹੁੰਦੇ ਆ। ਅਸੀਂ ਹੋਰ ਨਮਕ ਲਵਾਂਗੇ, ਬਲੱਡ 'ਚ ਕੀ ਵੱਧ ਗਿਆ? ਸੋਲਿਊਟ ਵੱਧ ਗਿਆ। ਸੋਲਿਊਟ ਵੱਧ ਗਿਆ ਅਤੇ ਓਸਮੋਟਿਕ ਪ੍ਰੈਸ਼ਰ ਵੱਧ ਗਿਆ। ਓਸਮੋਟਿਕ ਪ੍ਰੈਸ਼ਰ ਵੱਧ ਗਿਆ ਅਤੇ ਮਤਲਬ ਬਲੱਡ ਪ੍ਰੈਸ਼ਰ ਵੱਧ ਗਿਆ। ਨਾਓ ਲਾਸਟ ਵੈਰੀ ਇੰਪੋਰਟੈਂਟ ਇਜ਼ ਰਿਵਰਸ ਓਸਮੋਸਿਸ। ਓਸਮੋਸਿਸ ਨੂੰ ਰਿਵਰਸ ਕਰ ਦੇਣਾ, ਨਾਮ ਤੋਂ ਸੁਜੈਸਟ ਹੋ ਰਿਹਾ। ਓਸਮੋਸਿਸ 'ਚ ਕੀ ਹੁੰਦਾ ਸੀਗਾ? ਫਲੋ ਫਰੋਮ ਲੋ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ। ਤਾਂ ਇੱਕ ਗੱਲ ਤੁਹਾਨੂੰ ਕਲੀਅਰ ਹੈ, ਅਤੇ ਹਾਇਰ ਟੂ ਲੋਅਰ ਕੰਸਨਟ੍ਰੇਸ਼ਨ 'ਚ ਫਲੋ ਹੋਏਗਾ। RO ਇਹਦੀ ਸ਼ਾਰਟ ਫਾਰਮ ਹੈ RO। ਤੁਹਾਡੇ ਘਰਾਂ 'ਚ ਫਿਲਟਰ ਲੱਗੇ ਹੁੰਦੇ ਆ, ਉਹਨੂੰ RO ਕਹਿੰਦੇ ਆ, ਤੁਸੀਂ ਨਾਮ ਸੁਣਿਆ ਹੋਏਗਾ। ਉਹ ਇਸੇ ਪ੍ਰੋਸੈਸ 'ਤੇ ਬੇਸਡ ਹੈ। ਲੋ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ ਓਸਮੋਸਿਸ ਹੈ, ਅਤੇ ਰਿਵਰਸ ਓਸਮੋਸਿਸ ਕੀ ਹੋਇਆ? ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਹੁਣ ਕੁਐਸਚਨ ਹੈ ਕਿ ਰਿਵਰਸ ਓਸਮੋਸਿਸ ਹੋਏਗੀ ਕਿਉਂ? ਓਸਮੋਸਿਸ ਤਾਂ ਇੱਕ ਨੈਚੁਰਲ ਫਿਨੋਮੀਨਾ ਹੈ, ਇਹਦਾ ਮਤਲਬ ਇਹ ਨੈਚੁਰਲ ਨਹੀਂ ਹੈ, ਇਹਨੂੰ ਕਰਵਾਉਣਾ ਪਏਗਾ। ਅਗਰ ਕਿਸੇ ਦਾ ਓਸਮੋਟਿਕ ਪ੍ਰੈਸ਼ਰ P ਹੈ, ਮੈਂ ਉਹਦੇ 'ਤੇ ਸੋਲਿਊਸ਼ਨ 'ਤੇ ਬਾਹਰੋਂ ਪ੍ਰੈਸ਼ਰ ਲਗਾ ਦਾਂ ਮੋਰ ਦੈਨ ਓਸਮੋਟਿਕ ਪ੍ਰੈਸ਼ਰ, ਅਤੇ ਫਲੋ ਜਿਹੜਾ ਆ ਉਹ ਰਿਵਰਸ ਹੋ ਜਾਏਗਾ। ਸੀ ਦਿਸ ਡਾਇਗਰਾਮ। ਪਹਿਲਾਂ ਫਰੈਸ਼ ਵਾਟਰ ਹੈ, ਇੱਕ ਸਾਈਡ 'ਤੇ ਸਾਲਟ ਵਾਟਰ ਹੈ, ਅਤੇ ਵਾਟਰ ਜਿਹੜਾ ਆ ਫਰੈਸ਼ ਵਾਟਰ ਟੂ ਸਾਲਟ ਵਾਟਰ ਦੀ ਤਰਫ ਜਾ ਰਿਹਾ, ਲੋ ਕੰਸਨਟ੍ਰੇਸ਼ਨ ਟੂ ਹਾਇਰ ਕੰਸਨਟ੍ਰੇਸ਼ਨ। ਆਹ ਓਸਮੋਸਿਸ ਹੈ। ਲੇਕਿਨ ਅਗਰ ਮੈਂ ਸਾਲਟ ਵਾਟਰ 'ਤੇ ਪ੍ਰੈਸ਼ਰ ਮੋਰ ਦੈਨ ਪਾਈ ਲਗਾ ਦਿਆਂ ਪਿਸਟਨ ਦੇ ਥਰੂ, ਠੀਕ ਹੈ ਬੇਟਾ, ਆ ਦੋਨੋਂ ਸੋਲਿਊਸ਼ਨ ਸੈਮੀ ਪਰਮੀਏਬਲ ਮੈਂਬਰੇਨ ਨਾਲ ਸੈਪਰੇਟਿਡ ਹੈ। ਹੁਣ ਮੈਂ ਇੱਧਰ ਕੀ ਕਰ ਰਹੀ ਹਾਂ? ਪ੍ਰੈਸ਼ਰ ਮੋਰ ਦੈਨ ਪਾਈ ਲਗਾ ਰਹੀ ਹਾਂ ਥਰੂ ਪਿਸਟਨ, ਠੀਕ ਹੈ। ਤਾਂ ਮੂਵਮੈਂਟ ਕਿੱਧਰ ਹੋ ਜਾਏਗੀ? ਸਾਲਟ ਵਾਟਰ ਟੂ ਫਰੈਸ਼ ਵਾਟਰ ਸਾਈਡ। ਸੋ ਰਿਵਰਸ ਓਸਮੋਸਿਸ ਕੀ ਹੋਇਆ? ਦ ਫਲੋ ਆਫ ਸੋਲਵੈਂਟ, ਫਲੋ ਸੋਲਵੈਂਟ ਹੀ ਕਰੇਗਾ, ਬਟ ਫਰੋਮ ਸੋਲਿਊਸ਼ਨ ਟੂ ਸੋਲਵੈਂਟ ਸਾਈਡ, ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ ਸਾਈਡ, ਇਫ ਪ੍ਰੈਸ਼ਰ ਮੋਰ ਦੈਨ ਓਸਮੋਟਿਕ ਪ੍ਰੈਸ਼ਰ ਇਜ਼ ਅਪਲਾਈਡ। ਅਗਰ ਪ੍ਰੈਸ਼ਰ ਓਸਮੋਟਿਕ ਪ੍ਰੈਸ਼ਰ ਤੋਂ ਜ਼ਿਆਦਾ ਅਪਲਾਈ ਕੀਤਾ ਜਾਏ ਤੇ ਕੀ ਹੋ ਜਾਏਗਾ? ਫਲੋ ਜਿਹੜਾ ਹੈ ਉਹ ਓਪੋਜ਼ਿਟ ਡਾਇਰੈਕਸ਼ਨ 'ਚ ਹੋ ਜਾਏਗਾ। ਦੇਖੋ ਹੁਣ ਇੱਕ ਪਾਸੇ ਸਾਲਟ ਵਾਟਰ ਹੈ, ਇੱਕ ਪਾਸੇ ਫਰੈਸ਼ ਵਾਟਰ ਹੈ। ਅਗਰ ਇੱਧਰ ਵਾਟਰ ਮੂਵ ਕਰੀ ਜਾਏਗਾ ਅਤੇ ਸਾਲਟ ਅਲੱਗ ਰਹਿ ਜਾਏਗਾ ਅਤੇ ਵਾਟਰ ਸਾਰਾ ਫਰੈਸ਼ ਹੋ ਜਾਏਗਾ, ਅਤੇ ਇਹ ਵਾਟਰ ਆਊਟਲੈਟ ਹੈ। ਇਸੇ ਤਰ੍ਹਾਂ ਸਾਡੇ ਘਰ 'ਚ ਪਾਣੀ ਫਿਲਟਰ ਹੁੰਦਾ। ਮੈਂ ਇੱਕ ਵਾਰੀ ਫੇਰ ਦੱਸ ਰਹੀ ਹਾਂ, ਇੱਕ ਪਾਸੇ ਫਰੈਸ਼ ਵਾਟਰ ਹੈ, ਇੱਕ ਪਾਸੇ ਸਾਲਟ ਵਾਟਰ ਹੈ। ਅਗਰ ਤਾਂ ਓਸਮੋਸਿਸ ਹੁੰਦੀ ਅਤੇ ਫਰੈਸ਼ ਵਾਟਰ ਦੀ ਤਰਫ ਤੋਂ ਸਾਲਟ ਵਾਟਰ ਵੱਲ ਪਾਣੀ ਜਾਣਾ ਸੀ ਔਰ ਦੋਨੋਂ ਪਾਸੇ ਕੰਸਨਟ੍ਰੇਸ਼ਨ ਇਕੁਅਲ ਹੋ ਜਾਣੀ ਸੀ। ਲੇਕਿਨ ਅਸੀਂ ਰਿਵਰਸ ਓਸਮੋਸਿਸ ਦੇ ਥਰੂ ਵਾਟਰ ਨੂੰ ਪਿਓਰ ਕਰਨਾ, ਅਤੇ ਹੁਣ ਕੀ ਹੋਏਗਾ? ਅਸੀਂ ਪ੍ਰੈਸ਼ਰ ਲਗਾਤਾ ਮੋਰ ਦੈਨ ਓਸਮੋਟਿਕ ਪ੍ਰੈਸ਼ਰ, ਅਤੇ ਸਾਲਟ ਵਾਟਰ ਸੋਲਿਊਸ਼ਨ ਦੇ ਵਿੱਚੋਂ ਵਾਟਰ ਜਿਹੜਾ ਫਰੈਸ਼ ਵਾਟਰ ਦੀ ਤਰਫ ਮੂਵ ਕਰਨਾ ਸ਼ੁਰੂ ਹੋ ਗਿਆ, ਅਤੇ ਸਾਲਟ ਅਲੱਗ ਸੈਪਰੇਟਿਡ ਰਹਿ ਜਾਏਗਾ, ਵਾਟਰ ਇੱਧਰ ਰਹਿ ਜਾਏਗਾ, ਅਤੇ ਸਾਡੇ ਕੋਲ ਓਸਮੋਸਿਸ ਤੋਂ ਉਲਟ ਹੋ ਗਿਆ, ਅਤੇ ਫਰੈਸ਼ ਵਾਟਰ ਸਾਡੇ ਕੋਲ ਸਾਰਾ ਇੱਕ ਪਾਸੇ ਇਕੱਠਾ ਹੋ ਗਿਆ, ਅਤੇ ਉਹਦਾ ਆਊਟਲੈਟ ਹੈਗਾ। ਸੇਮ ਡਾਇਗਰਾਮ ਬੇਟਾ ਅਗਰ ਤੁਸੀਂ ਬੁੱਕ ਤੋਂ ਬਣਾਉਣਾ ਹੋਏ ਤਾਂ ਮੈਂ ਬੁੱਕ ਤੋਂ ਨੋਟਸ ਭੇਜਤੇ, ਉੱਥੇ ਦਿੱਤੇ ਹੋਏ ਆ, ਠੀਕ ਹੈ। ਦੈਟਸ ਆਲ ਫॉर ਟੁਡੇ। ਨੈਕਸਟ ਵੀਡੀਓ ਇਜ਼ ਰਿਗਾਰਡਿੰਗ ਨਿਊਮੈਰੀਕਲਸ ਆਫ osmosis.